ਹੈਲੋ ਸਟੂਡੈਂਟਸ। ਸੋ ਅੱਜ ਸਾਡਾ ਜਿਹੜਾ ਟੌਪਿਕ ਹੈਗਾ ਆ ਅਪਲਾਈਡ ਮਕੈਨਿਕਸ ਦਾ, ਉਹ ਹੈਗਾ ਲੈਂਬਿਸ ਥਿਊਰਮ। ਠੀਕ ਹੈ ਜੀ। ਅਤੇ ਇਹਦੇ ਬੇਸ ਦੇ ਉੱਤੇ ਆਪਾਂ ਅੱਜ ਨਿਊਮੈਰੀਕਲ ਸਮਝਾਂਗੇ ਕਿ ਕਿਸ ਤਰ੍ਹਾਂ ਆਪਾਂ ਲੈਂਬਿਸ ਥਿਊਰਮ ਨੂੰ ਯੂਜ਼ ਕਰਕੇ ਨਿਊਮੈਰੀਕਲ ਨੂੰ ਸੋਲਵ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਬਿਫੋਰ ਸਟਾਰਟਿੰਗ ਦਾ ਨਿਊਮੈਰੀਕਲ ਆਪਾਂ ਲੈਂਬਿਸ ਥਿਊਰਮ ਨੂੰ ਦੇਖਦੇ ਹਾਂ। ਇਟ ਸਟੇਟਸ ਦੈਟ if three forces acting on a point are in equilibrium, each force is proportional to the sine of the angle between the other two forces। ਠੀਕ ਹੈ ਜੀ। ਸੋ ਕੀ ਕਹਿ ਰਿਹਾ ਆ ਕਿ ਜੇ ਇੱਕ ਪੁਆਇੰਟ ਦੇ ਉੱਤੇ ਤਿੰਨ ਫੋਰਸ ਐਕਟ ਕਰ ਰਹੀਆਂ, ਜਿਸ ਤਰ੍ਹਾਂ ਹੁਣ ਆ ਮੈਂ ਡਾਇਗਰਾਮ 'ਚ ਤੁਹਾਨੂੰ ਦਿਖਾਇਆ ਹੋਇਆ ਆ ਇੱਕ ਪੁਆਇੰਟ ਆ। ਪੁਆਇੰਟ ਕੀ ਹੈ? ਉਹ ਪੁਆਇੰਟ। ਠੀਕ ਹੈ ਜੀ। ਉਹ ਪੁਆਇੰਟ ਦੇ ਉੱਤੇ ਤਿੰਨ ਫੋਰਸ ਐਕਟ ਕਰ ਰਹੀਆਂ ਆ। ਠੀਕ ਹੈ ਜੀ। ਉਹ ਫੋਰਸ ਦਾ ਨਾਮ ਦੇ ਦਿੱਤਾ ਆਪਾਂ F1, F2 ਐਂਡ F3। ਇੱਕੋ ਪੁਆਇੰਟ ਤੋਂ ਐਕਟ ਕਰ ਰਹੀਆਂ ਆ। ਠੀਕ ਹੈ ਜੀ। ਹਰੇਕ ਦੋ ਫੋਰਸਿਸ ਦੇ ਵਿੱਚ ਇੱਕ ਐਂਗਲ ਆ। ਜਿੱਦਾਂ F1 ਅਤੇ F2 ਦੇ ਵਿੱਚ ਐਂਗਲ ਕਿਹੜਾ ਆ? ਅਲਫਾ। F2 ਅਤੇ F3 ਦੇ ਵਿੱਚ ਐਂਗਲ ਕੀ ਆ? ਬੀਟਾ। F3 ਅਤੇ F1 ਦੇ ਵਿੱਚ ਕੀ ਆ? ਗਾਮਾ। ਇਹ ਤਿੰਨ ਐਂਗਲ ਆਪਾਂ ਲੈ ਲਏ। ਇਹ ਅਜ਼ਿਊਮ ਕੀਤਾ ਹੋਇਆ ਸਭ ਕੁਛ। ਠੀਕ ਹੈ ਜੀ। ਜੋ ਵੀ ਗੱਲਾਂ ਹੈਗੀਆਂ ਆਪਾਂ ਸਾਰੀਆਂ ਕੀ ਆ? ਅਜ਼ਿਊਮ ਕੀਤੀਆਂ ਹੋਈਆਂ। ਸੋ ਤਿੰਨ ਫੋਰਸਿਸ ਆ, ਇੱਕ ਪੁਆਇੰਟ 'ਤੇ ਐਕਟ ਕਰ ਰਹੀਆਂ, ਉਹਨਾਂ ਵਿੱਚ ਕੀ ਆ? ਐਂਗਲ ਆ। ਠੀਕ ਹੈ ਜੀ। ਸੋ ਜਿਹੜਾ ਡਿਸਪਲੇਸ ਐਂਗਲ ਆ ਉਹ ਆਪਾਂ ਲੈ ਲਿਆ ਹਰੇਕ ਫੋਰਸ ਦੇ ਵਿੱਚ ਅਲਫਾ, ਬੀਟਾ ਅਤੇ ਗਾਮਾ। ਠੀਕ ਆ। ਅਤੇ ਲੈਮੀ ਕੀ ਕਹਿੰਦਾ ਪਿਆ? ਲੈਮੀਸ ਥਿਊਰਮ ਦੇ ਵਿੱਚ ਕੀ ਕਹਿੰਦਾ ਪਿਆ? ਕਹਿੰਦੇ ਜਿਹੜੀ ਈਚ ਫੋਰਸ ਆ, ਕੀ ਕਹਿੰਦਾ ਪਿਆ? ਈਚ ਫੋਰਸ ਇਜ਼ ਪ੍ਰਪੋਰਸ਼ਨਲ ਟੂ ਦਾ ਸਾਈਨ ਆਫ ਦਾ ਐਂਗਲ ਬਿਟਵੀਨ ਦਾ ਅਦਰ ਟੂ ਫੋਰਸਿਸ। ਕਹਿਣ ਦਾ ਮਤਲਬ ਕੀ ਆ? ਆਪਾਂ ਕੀ ਕਰਨਾ ਹੈ ਇਹਦੇ ਵਿੱਚ? ਜਿੱਦਾਂ ਫੋਰਸ F1 ਆ, F1 ਦੇ ਓਪੋਜ਼ਿਟ ਦੇਖਣਾ ਸਾਈਡ 'ਤੇ ਕਿਹੜਾ ਐਂਗਲ ਆ। ਓਪੋਜ਼ਿਟ ਸਾਈਡ 'ਤੇ ਇਹਦਾ ਐਂਗਲ ਕਿਹੜਾ? ਜਿੱਥੇ ਹੁਣ ਇਹਦਾ ਓਪੋਜ਼ਿਟ ਸਾਈਡ 'ਤੇ ਐਂਗਲ ਕੀ ਆ? ਬੀਟਾ। F1 ਦੇ ਓਪੋਜ਼ਿਟ ਕੀ ਆ? ਬੀਟਾ। F2 ਦੇ ਓਪੋਜ਼ਿਟ ਕੀ ਆ? F2 ਦੇ ਓਪੋਜ਼ਿਟ ਕੀ ਆ? ਗਾਮਾ। F2 ਦੇ ਓਪੋਜ਼ਿਟ ਕੀ ਆ? ਗਾਮਾ। ਅਤੇ F3 ਦੇ ਓਪੋਜ਼ਿਟ ਕੀ ਆ? ਅਲਫਾ। ਮਤਲਬ ਜਿਹੜੇ ਉਹਦੇ ਓਪੋਜ਼ਿਟ ਆ, ਠੀਕ ਆ ਜੀ, ਜਿਸ ਫੋਰਸ ਦੇ ਓਪੋਜ਼ਿਟ ਜਿਹੜੇ ਐਂਗਲ ਹੈਗੇ ਆ, ਉਹਨੂੰ ਸਾਈਨ ਦੇ ਕੇਸ ਦੇ ਵਿੱਚ ਲਿਖਣਾ ਹੈ ਆਪਾਂ। ਸਿੰਪਲ। ਠੀਕ ਆ ਜੀ। ਬਸ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਇਕੁਏਸ਼ਨ ਬਣਾਉਣੀ ਆ। ਠੀਕ ਆ ਜੀ। ਇਕੁਏਸ਼ਨ ਕੀ ਬਣੀ ਆ? ਜਿੱਦਾਂ ਹੁਣ F1 ਦੇ ਓਪੋਜ਼ਿਟ ਕੀ ਆ? ਬੀਟਾ ਆ। ਤਾਂ ਇਕੁਏਸ਼ਨ ਕੀ ਬਣ ਗਈ ਇਹਦੀ? F1 ਡਿਵਾਈਡਡ ਬਾਏ ਸਾਈਨ ਬੀਟਾ। ਠੀਕ ਆ ਜੀ। ਇਸੇ ਤਰੀਕੇ ਨਾਲ ਜੇ F2 ਦੀ ਗੱਲ ਕਰੀਏ, ਆ F2 ਆ। F2 ਦੇ ਓਪੋਜ਼ਿਟ ਕੀ ਆ? ਗਾਮਾ। ਤਾਂ ਉੱਪਰ ਕੀ ਹੋ ਗਿਆ ਤੁਹਾਡਾ? F2 ਉੱਪਰ, ਨੀਚੇ ਕੀ ਆ? ਸਾਈਨ ਗਾਮਾ। ਠੀਕ ਆ ਜੀ। ਜੇ ਤੁਸੀਂ ਪ੍ਰੀਵੀਅਸ ਵੀਡੀਓਜ਼ ਦੇਖੀਆਂ ਤਾਂ ਉਹਦੇ ਵਿੱਚ ਇੱਕ ਟ੍ਰਾਇੰਗਲ ਲਾ ਸੀਗਾ। ਟ੍ਰਾਇੰਗਲ ਲਾ ਦੇ ਵਿੱਚ ਕੀ ਸੀਗਾ? ਸਾਈਡ ਬਾਰੇ ਦੱਸਦਾ ਸੀਗਾ ਕਿ ਕਿਹੜੀ ਸਾਈਡ ਆ ਅਤੇ ਸਾਈਡ ਦੇ ਓਪੋਜ਼ਿਟ ਐਂਗਲ ਕਿਹੜਾ ਆ। ਉਹ ਵੀ ਇਸੇ ਤਰੀਕੇ ਨਾਲ ਇੱਕ ਇਕੁਏਸ਼ਨ ਜਨਰੇਟ ਕਰਦਾ ਸੀਗਾ। ਠੀਕ ਆ। ਸੋ ਇਸੇ ਤਰੀਕੇ ਦੇ ਨਾਲ ਹੁਣ ਜਿਹੜਾ ਆ ਲੈਮੀਸ ਥਿਊਰਮ ਆ, ਲੈਮੀਸ ਥਿਊਰਮ ਦੇ ਵਿੱਚ ਕੀ ਆ? ਫੋਰਸਿਸ ਆ। ਫੋਰਸਿਸ ਦੇ ਓਪੋਜ਼ਿਟ ਕਿਹੜਾ ਸਾਈਨ, ਕਿਹੜਾ ਐਂਗਲ ਆ, ਉਹਨੂੰ ਸਾਈਨ ਆਫ ਐਂਗਲ ਲਿਖ ਕੇ ਆਪਾਂ ਡਿਨੋਟ ਕਰਨਾ ਆ। ਠੀਕ ਆ ਜੀ। ਸੋ F1 ਸਾਈਨ ਆਫ ਬੀਟਾ, F2 ਸਾਈਨ ਆਫ ਗਾਮਾ, F3 ਸਾਈਨ ਆਫ ਅਲਫਾ। ਇਹ ਸਾਰੇ ਓਪੋਜ਼ਿਟ ਐਂਗਲਸ ਆ। ਠੀਕ ਆ ਜੀ। ਸੋ ਇੱਦਾਂ ਇਕੁਏਸ਼ਨ ਆਪਾਂ ਇਹ ਬਣਾ ਲਈ ਆ। ਠੀਕ ਆ। ਹੁਣ ਇਸ ਬੇਸ ਦੇ ਉੱਤੇ ਹੀ ਨਿਊਮੈਰੀਕਲ ਆਉਣਗੇ। ਜਿਹੜੇ ਨਿਊਮੈਰੀਕਲ ਸਿੰਗਲ ਪੁਆਇੰਟ ਦੇ ਉੱਤੇ ਕੋਈ ਵੀ ਤਿੰਨ ਫੋਰਸਿਸ ਐਕਟ ਕਰ ਰਹੀਆਂ, ਉਹ ਤੁਹਾਡੇ ਲੈਮੀਸ ਥਿਊਰਮ ਦੇ ਬੇਸਡ ਹੀ ਨਿਊਮੈਰੀਕਲ ਹੋਣਗੇ। ਠੀਕ ਆ ਜੀ। ਅਤੇ ਉਹਨੂੰ ਉਸ ਤਰੀਕੇ ਨਾਲ ਹੀ ਆਪਾਂ ਸੋਲਵ ਕਰਨਾ ਹੈ ਅਤੇ ਆਹੀ ਇਕੁਏਸ਼ਨ ਆਪਾਂ ਇਸਤੇਮਾਲ ਕਰਾਂਗੇ। ਠੀਕ ਆ ਜੀ। ਸੋ ਲੈਟਸ ਸਟਾਰਟ ਦਾ ਨਿਊਮੈਰੀਕਲ। ਨਿਊਮੈਰੀਕਲ 'ਚ ਕੀ ਕਹਿ ਰਿਹਾ ਆ? ਇਹ ਜਿਹੜਾ ਨਿਊਮੈਰੀਕਲ ਹੈਗਾ, ਇਹ ਤੁਹਾਨੂੰ ਫਾਈਨਲ ਪੇਪਰਸ ਦੇ ਵਿੱਚ ਵੀ ਪੁੱਛਿਆ ਸੀਗਾ। ਠੀਕ ਆ ਜੀ। ਬਹੁਤ ਹੀ ਇੰਪੋਰਟੈਂਟ ਨਿਊਮੈਰੀਕਲ ਆ, ਬੜੇ ਧਿਆਨ ਨਾਲ ਸਮਝਣਾ। ਅ ਲੈਂਪ ਵੇਇੰਗ 600 ਗ੍ਰਾਮ, ਇੱਕ ਲੈਂਪ ਆ ਜਿਹਦਾ ਵੇਟ ਕਿੰਨਾ ਆ? 600 ਗ੍ਰਾਮ। ਇਜ਼ ਸਸਪੈਂਡਡ ਫਰੋਮ ਦਾ ਸੀਲਿੰਗ। ਸੀਲਿੰਗ ਹੁੰਦੀ ਹੈ ਛੱਤ। ਛੱਤ ਤੋਂ ਉਹਨੂੰ ਕੀ ਕੀਤਾ ਹੈ? ਲਟਕਾਇਆ ਹੋਇਆ ਹੈ। ਠੀਕ ਹੈ ਜੀ। ਇੱਕ ਲੈਂਪ ਲਿਆ, ਲੈਂਪ ਨੂੰ ਆਪਾਂ ਕੀ ਆ? ਇਹ ਸੀਲਿੰਗ ਤੋਂ ਉਹਨੂੰ ਹੈਂਗ ਕਰ ਦਿੱਤਾ ਆ ਅਤੇ ਉੱਥੋਂ ਕੀ ਆ? ਉਹਨੂੰ ਉਹਨੂੰ ਲਟਕਾ ਦਿੱਤਾ ਹੈ। ਠੀਕ ਹੈ ਜੀ। ਹੁਣ ਕੀ ਕਹਿੰਦਾ ਪਿਆ? ਕਿਹਦੀ ਹੈਲਪ ਦੇ ਨਾਲ? ਬਾਈ ਅ ਚੇਨ। ਕਿੱਦਾਂ ਆਪਾਂ ਸੀਲਿੰਗ ਫੈਨ ਦੇ ਨਾਲ ਕਿੱਦਾਂ ਉਹਨੂੰ ਕਨੈਕਟ ਕੀਤਾ ਹੈ? ਚੇਨ ਦੇ ਨਾਲ ਕਨੈਕਟ ਕੀਤਾ ਹੋਇਆ। ਇਟ ਇਜ਼ ਪੁਲਡ ਅਸਾਈਡ ਬਾਏ ਹੋਰੀਜ਼ੋਨਟਲ ਕੋਡ ਅੰਟਿਲ ਦਾ ਚੇਨ ਮੇਕਸ ਐਨ ਐਂਗਲ ਆਫ 60 ਡਿਗਰੀ। ਹੁਣ ਇੱਥੇ ਆਹ ਧਿਆਨ ਨਾਲ, ਆਹ ਵਾਲਾ ਡਾਇਗਰਾਮ ਆ, ਧਿਆਨ ਨਾਲ ਦੇਖੋ। ਜੇ ਕਹਿੰਦਾ ਸੀਲਿੰਗ ਤੋਂ, ਆ ਸਪੋਜ਼ ਸੀਲਿੰਗ ਆ, ਇੱਥੋਂ ਕੀ ਆ? ਮੈਂ ਬਲਬ ਨੂੰ, ਆ ਬਲਬ ਆ ਮੇਰਾ। ਠੀਕ ਆ ਜੀ। ਬਲਬ ਨੂੰ ਕੀ ਕੀਤਾ ਹੋਇਆ ਆ? ਇੱਥੋਂ ਮੈਂ ਸੀਲਿੰਗ ਫੈਨ ਦੇ ਨਾਲ ਸਿੱਧਾ ਇਹਨੂੰ ਬੰਨ੍ਹ ਦਿੱਤਾ ਆ। ਠੀਕ ਆ ਜੀ। ਹੁਣ ਕੀ ਕਹਿੰਦਾ? ਕੋਡ ਮਤਲਬ ਕੋਈ ਵੀ ਕੋਡ ਲੈ ਲਈ। ਠੀਕ ਆ ਜੀ। ਕੋਡ ਇੱਥੇ ਰੱਖੀ ਆ, ਉਹ ਕੋਡ ਇਹਦੇ ਨਾਲ ਬੰਨ੍ਹ ਦਿੱਤੀ ਆ ਚੇਨ ਦੇ ਨਾਲ, ਜਿਹਦੇ ਨਾਲ ਲਟਕਦਾ ਪਿਆ ਤੁਹਾਡਾ ਬਲਬ।
ਉਹਨੂੰ ਕੀ ਆ ਖਿੱਚ ਦਿੱਤਾ ਕਿੱਧਰ ਨੂੰ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ, ਕਿੱਧਰ ਨੂੰ ਖਿੱਚਿਆ ਕੋਡ ਨੂੰ, ਕੋਡ ਦਾ ਮਤਲਬ ਕੀ ਹੈ ਵਾਇਰ ਆ, ਠੀਕ ਆ, ਜਿਹਨੂੰ ਖਿੱਚ ਦਿੱਤਾ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ। ਕਹਿੰਦਾ ਉਨੀ ਦੇਰ ਤੱਕ ਖਿੱਚਿਆ ਜਿੰਨੀ ਦੇਰ ਤੱਕ ਉਹਨੇ ਸੀਲਿੰਗ ਦੇ ਨਾਲ 60 ਡਿਗਰੀ ਐਂਗਲ ਨਹੀਂ ਬਣਾ ਲਿਆ। ਆ ਦੇਖੋ ਧਿਆਨ ਨਾਲ ਦੇਖੋ, ਇੱਥੇ 60 ਡਿਗਰੀ ਐਂਗਲ ਦਿਖਦਾ ਪਿਆ। ਉਨੀ ਦੇਰ ਤੱਕ ਕੋਡ ਨੂੰ ਖਿੱਚਿਆ ਆਪਾਂ ਜਿੰਨੀ ਦੇਰ ਤੱਕ ਉਹ ਸੀਲਿੰਗ ਦੇ ਨਾਲ 60 ਡਿਗਰੀ ਐਂਗਲ ਨਹੀਂ ਬਣਾ ਲੈਂਦਾ, ਠੀਕ ਆ ਜੀ, ਉਨੀ ਦੇਰ ਤੱਕ ਆਪਾਂ ਖਿੱਚਿਆ, ਠੀਕ ਆ। ਸੋ ਕੀ ਕਹਿੰਦਾ ਪਿਆ ਆ, ਫਾਈਂਡ ਦ ਟੈਂਸ਼ਨ ਇਨ ਦਾ ਕੋਡ ਐਂਡ ਇਨ ਚੇਨ ਬਾਏ ਲੈਮਿਸ ਥਿਊਰਮ। ਟੈਂਸ਼ਨ ਦੀ ਗੱਲ ਕਰਦਾ। ਟੈਂਸ਼ਨ ਦਾ ਮਤਲਬ ਕੀ ਹੁੰਦਾ ਆ? ਟੈਂਸ਼ਨ ਦਾ ਮਤਲਬ ਹੁੰਦਾ ਹੈ ਕਿ ਉਹਦੇ ਵਿੱਚ ਕਿੰਨੀ ਸਟ੍ਰੈਸ ਆਈ ਹੈ, ਕਿੰਨੀ ਫੋਰਸ ਆਈ ਆ, ਠੀਕ ਆ ਜੀ। ਉਹ ਟੈਂਸ਼ਨ ਨੂੰ ਆਪਾਂ ਕਹਿੰਦਾ ਫਾਈਂਡ ਆਊਟ ਕਰੋ ਕਿਹਦੇ ਕਿਹਦੇ ਵਿੱਚ, ਇੱਕ ਚੇਨ ਦੇ ਵਿੱਚ ਤੇ ਇੱਕ ਕੋਡ ਦੇ ਵਿੱਚ, ਇੱਕ ਚੇਨ ਦੇ ਵਿੱਚ ਤੇ ਇੱਕ ਕੋਡ ਦੇ ਵਿੱਚ, ਠੀਕ ਆ ਜੀ। ਸੋ ਇਹ ਤੁਹਾਡਾ ਨਿਊਮੈਰੀਕਲ ਆ ਤੇ ਇਹਨੂੰ ਆਪਾਂ ਲੈਮੀ ਥਿਊਰਮ ਦੇ ਨਾਲ ਹੀ ਸੋਲਵ ਕਰਨਾ। ਉਹ ਕਿਉਂ ਆਪਾਂ ਹੁਣੀ ਆਪਾਂ ਤੁਹਾਨੂੰ ਮੈਂ ਇੱਥੇ ਦੱਸਦਾ ਆਪਾਂ ਕਿਉਂ ਉਹਨੂੰ ਇਹਨਾਂ ਹੀ ਸੋਲਵ ਕਰਨਾ ਆ, ਠੀਕ ਆ ਜੀ। ਇੱਕ ਤਾਂ ਇਹ ਸਿੰਗਲ ਪੁਆਇੰਟ ਦੇ ਉੱਤੇ ਸਾਰੇ ਐਕਟ ਕਰਦੇ ਪਏ ਆ, ਠੀਕ ਆ ਜੀ। ਸਿੰਗਲ ਪੁਆਇੰਟ ਆ, ਸਿੰਗਲ ਪੁਆਇੰਟ ਆ, ਇਹਦੇ ਵਿੱਚ ਕੋਡ ਦੀ ਟੈਂਸ਼ਨ ਮਤਲਬ ਕੋਡ ਦੀ ਫੋਰਸ ਲੱਗਦੀ ਪਈ ਆ, ਇਹਦੇ ਉੱਪਰ ਆ ਇੱਥੇ ਫੋਰਸ ਲੱਗਦੀ ਪਈ ਆ, ਠੀਕ ਆ ਜੀ। ਲੈਂਪ ਦੀ ਫੋਰਸ ਥੱਲੇ ਲੱਗਦੀ ਪਈ ਆ। ਸੋ ਤਿੰਨ ਫੋਰਸਿਸ ਆ ਗਈਆਂ, ਤਿੰਨੋਂ ਫੋਰਸਿਸ ਕੀ ਇਕੁਇਲਿਬਰੀਅਮ ਦੇ ਵਿੱਚ ਆ। ਸੋ ਇੱਥੇ ਤਾਂ ਕਰਕੇ ਇੱਥੇ ਤੁਹਾਡਾ ਲੈਮੀ ਥਿਊਰਮ ਲੱਗਣਾ ਹੈ, ਠੀਕ ਆ ਜੀ। ਸੋ ਆਪਾਂ ਹੁਣ ਕੀ ਆ ਐਕਟ ਕਰਾਂਗੇ, ਅਪਲਾਈ ਕਰਾਂਗੇ ਲੈਮੀ ਥਿਊਰਮ। ਆਪਾਂ ਦੇਖੀਏ ਕੀ ਸਾਨੂੰ ਚੀਜ਼ਾਂ ਗਿਵਨ ਆ, ਕਿਹੜੀਆਂ ਅਨਨੋਨ ਚੀਜ਼ਾਂ ਆ, ਤਾਂ ਉਹ ਅਨਨੋਨ ਚੀਜ਼ਾਂ ਨੂੰ ਆਪਾਂ ਫਾਈਂਡ ਆਊਟ ਕਰਾਂਗੇ। ਸੋ ਪਹਿਲਾਂ ਦੇਖਦੇ ਹਾਂ ਲੈਂਪ ਕਿੰਨਾ ਆ 600 ਗ੍ਰਾਮ, ਠੀਕ ਆ ਜੀ। ਲੈਂਪ ਦਾ ਕਿੰਨਾ ਆ ਵੇਟ, ਕਿੰਨਾ ਆ 600 ਗ੍ਰਾਮ ਆ। ਸੋ 600 ਗ੍ਰਾਮ ਆ, ਗ੍ਰਾਮ ਨੂੰ ਆਪਾਂ ਕੇਜੀ 'ਚ ਕਿੱਦਾਂ ਕਨਵਰਟ ਕਰਦੇ ਆ? ਕਨਵਰਜਨ ਯਾਦ ਕਰੋ, ਛੋਟੇ ਤੋਂ ਜਦੋਂ ਵੱਡਾ ਜਾਂਦੇ ਸੀਗੇ ਆਪਾਂ ਕੀ ਕਰਦੇ ਸੀਗੇ ਡਿਵਾਈਡ, ਜੋ ਵੱਡੇ ਤੋਂ ਛੋਟਾ ਆਉਣਾ ਫੇਰ ਕੀ ਕਰਦੇ ਸੀਗੇ ਮਲਟੀਪਲਾਈ। ਸੋ 600 ਨੂੰ ਆਪਾਂ 1000 ਦੇ ਨਾਲ ਕੀ ਕਰ ਦਿੱਤਾ ਡਿਵਾਈਡ ਕੀਤਾ ਤਾਂ ਕਿੰਨਾ ਬਣ ਗਿਆ 0.6 kg। ਸੋ ਇੱਥੇ 0.6 kg ਆ ਗਿਆ, ਠੀਕ ਹੈ ਜੀ। ਲੈਂਪ ਦਾ ਭਾਰ ਕਿੰਨਾ ਹੈ 0.6 kg, ਨੀਚੇ ਆ ਗਿਆ। ਆ ਇੱਧਰਲੇ ਪਾਸੇ ਕੀ ਆ P1, ਮੈਂ P1 ਵੀ ਕਹਿ ਸਕਦਾ, ਫੋਰਸ 1 ਵੀ ਕਹਿ ਸਕਦਾ, F1 ਵੀ ਕਹਿ ਸਕਦਾ ਹੈ, ਠੀਕ ਹੈ ਜੀ। ਜੋ ਮਰਜ਼ੀ ਆਪਣੇ ਅਕੋਰਡਿੰਗ ਜੋ ਤੁਸੀਂ ਰੱਖਣਾ ਚਾਹੁੰਦੇ ਰੱਖ ਸਕਦੇ ਆ, ਠੀਕ ਹੈ ਜੀ। ਸੋ F1 ਵੀ ਲਿਖ ਸਕਦੇ ਆ ਆਪਾਂ ਇੱਥੇ। ਮੈਂ ਇੱਥੇ ਇਹ ਸਾਨੂੰ ਅਨਨੋਨ ਆ, ਇਹੀ ਤਾਂ ਆਪਾਂ ਫਾਈਂਡ ਆਊਟ ਕਰਨਾ। ਉਹਨੇ ਕਿਹਾ ਨਾ ਫਾਈਂਡ ਦਾ ਟੈਂਸ਼ਨ ਇਨ ਦਾ ਕੋਡ ਦੇ ਵਿੱਚ ਟੈਂਸ਼ਨ ਕੱਢਣੀ ਹੈ। ਸੋ ਮੈਂ ਇੱਥੇ ਵੈਲਿਊ ਲੈ ਲਈ ਆ P1, ਠੀਕ ਆ ਜੀ। ਫਿਰ ਅੱਗੇ ਕੀ ਕਹਿੰਦਾ ਪਿਆ P2, ਠੀਕ ਆ। ਚੇਨ ਦੇ ਵਿੱਚ ਵੀ ਟੈਂਸ਼ਨ ਦੱਸੋ, ਉੱਪਰ ਚੇਨ ਦਾ, ਠੀਕ ਹੈ। ਚੇਨ ਦੇ ਵਿੱਚ ਵੀ ਟੈਂਸ਼ਨ ਦੱਸੋ, ਉਹ ਰੱਖ ਲਈ ਆਪਾਂ P2, ਉਹ ਵੀ ਨਹੀਂ ਪਤਾ ਸਾਨੂੰ। ਇਹ ਦੋਨੋਂ ਚੀਜ਼ਾਂ ਆਪਾਂ ਫਾਈਂਡ ਆਊਟ ਕਰਨੀਆਂ ਆ। ਹੁਣ ਕੀ ਆ ਸਾਨੂੰ ਐਂਗਲ ਚਾਹੀਦੇ ਆ, ਕਿਉਂਕਿ ਲੈਮੀ ਥਿਊਰਮ ਦੇ ਵਿੱਚ ਕੀ ਆ ਪਹਿਲਾਂ ਫੋਰਸ, ਉਹਦੇ ਓਪੋਜ਼ਿਟ ਐਂਗਲ, ਉਹ ਐਂਗਲ ਸਾਨੂੰ ਪਤਾ ਕਰਨੇ ਪੈਣੇ ਆ। ਉਹ ਐਂਗਲ ਕਿੱਦਾਂ ਪਤਾ ਕਰਾਂਗੇ? ਉਹ ਦੇਖੋ ਕੋਡ ਕੀ ਆ ਹੋਰੀਜ਼ੋਨਟਲ ਡਾਇਰੈਕਸ਼ਨ ਵਿੱਚ ਆ, ਕੋਡ ਕੀ ਆ ਤੁਹਾਡੀ ਹੋਰੀਜ਼ੋਨਟਲ ਡਾਇਰੈਕਸ਼ਨ ਦੇ ਵਿੱਚ ਆ, ਠੀਕ ਆ ਜੀ। ਉਹ ਲੈਂਪ ਦੇ ਨਾਲ ਕਿੰਨਾ ਐਂਗਲ ਬਣਾ ਰਹੀ ਆ, ਧਿਆਨ ਨਾਲ ਚੈੱਕ ਕਰੋ। ਕੋਡ ਹੋਰੀਜ਼ੋਨਟਲ ਡਾਇਰੈਕਸ਼ਨ ਵਿੱਚ, ਲੈਂਪ ਨੀਚੇ ਵਰਟੀਕਲ ਜਾ ਰਿਹਾ ਤਾਂ ਕਿੰਨਾ ਐਂਗਲ ਬਣਾ ਰਹੀ ਆ 90 ਡਿਗਰੀ, ਠੀਕ ਆ ਜੀ। ਸੋ ਇੱਥੇ ਕੀ ਆ ਗਿਆ ਤੁਹਾਡਾ 90 ਡਿਗਰੀ, ਠੀਕ ਆ। ਨੀਚੇ ਕੀ ਆ ਗਿਆ ਤੁਹਾਡਾ 90। ਸੋ ਇਹਦੇ ਵਿੱਚ ਕੀ ਕਰਨਾ ਆਪਾਂ, ਇਹਨੂੰ ਧਿਆਨ ਨਾਲ ਸਮਝੀਏ, ਠੀਕ ਆ। ਸੋ ਆ ਤਾਂ ਕੋਡ ਦੇ ਨਾਲ ਜਿਹੜਾ ਐਂਗਲ ਬਣਿਆ ਉਹ 90 ਡਿਗਰੀ ਬਣ ਗਿਆ, ਠੀਕ ਆ। ਤੇ ਆਪਾਂ ਹੁਣ ਕੀ ਕਰਨਾ ਆ ਜਿਹੜਾ 90 ਡਿਗਰੀ ਐਂਗਲ ਆ, ਹੁਣ ਆਪਾਂ ਇੱਧਰਲੇ ਪਾਸੇ ਆ ਜਾਣਾ ਕੋਡ ਦੇ ਓਪੋਜ਼ਿਟ ਸਾਈਡ ਤੇ। ਹੁਣ ਆ ਵੀ ਕੀ ਆ ਤੁਹਾਡਾ 90 ਡਿਗਰੀ ਆ, ਇਹ ਵੀ ਕੀ ਐਂਗਲ ਆ ਤੁਹਾਡਾ 90 ਡਿਗਰੀ ਆ, ਠੀਕ ਆ ਜੀ। ਹੁਣ ਤੁਸੀਂ ਦੇਖਿਆ ਸੀ ਕਿ ਅਲਟਰਨੇਟ ਐਂਗਲਸ ਹੁੰਦੇ, ਕੌਨਸਪੋਨੈਂਟ ਐਂਗਲਸ ਹੁੰਦੇ ਆ। ਹੁਣ ਆ 60 ਡਿਗਰੀ ਆ, ਇਹਦਾ ਅਲਟਰਨੇਟ ਕੀ ਹੋ ਗਿਆ, ਆਹ ਵਾਲਾ ਕੀ ਹੋ ਗਿਆ ਇਹਦਾ ਅਲਟਰਨੇਟ, ਇਹ ਵੀ ਕਿੰਨਾ ਹੋ ਗਿਆ 60 ਡਿਗਰੀ, ਠੀਕ ਆ ਨਾ। ਐਂਗਲ ਹੁੰਦੇ ਨਾ ਅਲਟਰਨੇਟ ਐਂਗਲਸ, ਠੀਕ ਆ। ਜੇ ਇੱਧਰਲੇ ਪਾਸੇ 60 ਆ ਤੇ ਉਹਦਾ ਓਪੋਜ਼ਿਟ ਕੀ ਉਹ ਵੀ 60 ਹੋਊਗਾ। ਸੋ 90 + 60 ਕਿੰਨਾ ਹੋ ਗਿਆ 150, ਇੱਥੇ ਆ ਗਿਆ ਤੁਹਾਡਾ 150, ਠੀਕ ਆ। ਇੱਥੇ ਕਿੰਨਾ ਆ ਗਿਆ 150। ਸੋ ਉਸ ਤੋਂ ਬਾਅਦ ਕੀ ਆ, ਪਹਿਲਾਂ 90 ਵਾਲਾ ਵੀ ਕਲੀਅਰ ਹੋ ਗਿਆ, 150 ਵਾਲਾ ਵੀ ਕਲੀਅਰ ਹੋ ਗਿਆ। ਜਿਹੜਾ ਬਚ ਗਿਆ ਉਹਨੂੰ ਕੀ ਕਰਨਾ 360 ਚੋਂ ਮਾਈਨਸ ਕਰ ਦੇਣਾ, ਠੀਕ ਆ ਜੀ। 360 ਮਾਈਨਸ 90 + 150 ਕਿੰਨਾ ਬਣ ਗਿਆ 240। ਸੋ 240 ਚੋਂ ਮਾਈਨਸ ਕਰ ਦੂੰ 360 ਨੂੰ 240, 360 ਵਿੱਚੋਂ 240 ਮਾਈਨਸ ਕਰ ਦੂੰਗੇ ਕੀ ਬਣ ਜਾਊਗਾ 120, ਠੀਕ ਹੈ ਜੀ। ਸੋ ਜਿਹੜਾ ਤੁਹਾਡਾ ਰਿਮੇਨਿੰਗ ਰਹਿ ਗਿਆ ਉਹ ਕੀ ਆ 120 ਡਿਗਰੀ ਐਂਗਲ ਆ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਐਂਗਲ ਫਾਈਂਡ ਆਊਟ ਕਰ ਲੈਣੇ ਆ। ਜਦੋਂ ਐਂਗਲ ਫਾਈਂਡ ਆਊਟ ਹੋ ਗਏ ਆ ਉਸ ਤੋਂ ਬਾਅਦ ਕੀ ਕਰਨਾ ਆਪਾਂ, ਫਿਰ ਆਪਾਂ ਲੈਮੀ ਥਿਊਰਮ ਲਗਾਉਣੀ ਆ, ਠੀਕ ਹੈ ਜੀ। ਹੁਣ ਸਾਨੂੰ ਚਾਹੀਦਾ ਕੀ ਹੈ ਇਹਦੇ ਵਿੱਚ ਕੈਲਕੂਲੇਟ ਕੀ ਕਰਨਾ, P1 ਕੈਲਕੂਲੇਟ ਕਰਨਾ ਤੇ P2 ਕਰਨਾ ਆ, ਠੀਕ ਆ ਜੀ। ਸੋ P1 ਕੈਲਕੂਲੇਟ ਕਰਨਾ, P2 ਕੈਲਕੂਲੇਟ ਕਰਨਾ। ਹੁਣ ਇਹਨੂੰ ਕੈਲਕੂਲੇਟ ਕਰਨ ਦਾ ਤਰੀਕਾ ਕੀ ਹੈਗਾ ਆ, ਠੀਕ ਆ। ਉਹੀ ਆਪਾਂ ਲੈਮੀ ਥਿਊਰਮ ਦੇ ਵਿੱਚ ਆਪਾਂ ਇਕੁਏਸ਼ਨ ਬਣਾਉਣੀ ਆ। ਆਹ ਦੇਖੋ ਵਾਲੀ ਇਕੁਏਸ਼ਨ ਬਣੀ ਹੋਈ ਆ, ਠੀਕ ਆ। P1 ਉਹਦਾ ਓਪੋਜ਼ਿਟ ਐਂਗਲ ਸਾਈਨ ਆਫ 150 ਡਿਗਰੀ, ਦੇਖੋ P1 ਡਿਵਾਈਡਡ ਬਾय ਸਾਈਨ ਆਫ 150 ਡਿਗਰੀ ਇਕੁਅਲਸ ਟੂ P2 ਦਾ ਓਪੋਜ਼ਿਟ ਕੀ ਹੈ 90 ਡਿਗਰੀ, ਸਾਈਨ ਆਫ 90 ਡਿਗਰੀ। ਦੇਖੋ P2 ਡਿਵਾਈਡਡ ਬਾय ਸਾਈਨ ਆਫ 90 ਡਿਗਰੀ ਇਜ਼ ਇਕੁਅਲਸ ਟੂ 0.6, ਇਹ ਵੀ ਫੋਰਸ ਆ 0.6 kg ਆ,
ठीक है। 0.6 का ऑपोजिट किया 120, सो 0.6 का ऑपोजिट किया साइन 120 डिग्री, ठीक है जी। सो तीनों आ गए। ਹੁਣ ਆਪਾਂ ਕੀ ਕਰਨਾ ਆ, ਜਦੋਂ ਆਪਾਂ ਫਾਈਂਡ ਆਊਟ ਕਰਨਾ P1 ਤੇ P2, ਮੈਂ ਕੀ ਕਰਨਾ, ਪਹਿਲਾਂ ਤਾਂ ਉਹ ਵਾਲੀ ਵੈਲਿਊ ਦੇਖਣੀ ਜਿੱਥੋਂ ਸਾਨੂੰ ਸੋਲੂਸ਼ਨ ਮਿਲਦਾ ਪਿਆ। ਜਿੱਦਾਂ 0.6 ਪਤਾ ਆ ਮੈਨੂੰ, 120 ਡਿਗਰੀ ਸਾਈਨ ਇਹ ਆਪਾਂ ਕੈਲਕੂਲੇਟਰ ਤੋਂ ਕੈਲਕੂਲੇਟ ਕਰ ਸਕਦੇ ਹਾਂ। ਇੱਥੇ ਮੈਨੂੰ ਵੈਲਿਊ ਮਿਲ ਜੂਗੀ, ਠੀਕ ਆ ਜੀ। ਜੋ ਵੀ ਵੈਲਿਊ ਆਊਗੀ ਆਪਾਂ ਕੀ ਕਰਨਾ ਆ, ਉਹਨੂੰ ਰਿਲੇਟ ਕਰ ਲੈਣਾ ਆ ਪਹਿਲਾਂ P1 ਦੇ ਨਾਲ, ਫਿਰ ਆਪਾਂ ਰਿਲੇਟ ਕਰ ਲੈਣਾ P2 ਦੇ ਨਾਲ, ਠੀਕ ਆ ਜੀ। ਸੋ ਸਭ ਤੋਂ ਪਹਿਲਾਂ ਆਪਾਂ ਪਹਿਲੇ ਦੋ ਇਕੁਏਸ਼ਨਾਂ ਚੱਕਦੇ ਹਾਂ। ਸਭ ਤੋਂ ਪਹਿਲਾਂ ਦੋ ਇਕੁਏਸ਼ਨਾਂ ਚੱਕਦੇ ਹਾਂ। ਇੱਕ ਮੈਂ ਚੱਕੂੰਗਾ ਆਹ ਵਾਲੀ ਇਕੁਏਸ਼ਨ ਵਿਚ ਇਜ਼ ਇਕੁਅਲਸ ਟੂ ਆਹ ਵਾਲੀ। ਸਿਰਫ ਆਹ ਦੋ ਇਕੁਏਸ਼ਨਾਂ ਦੇ ਨਾਲ ਇਹਨੂੰ ਨਹੀਂ ਚੱਕਣਾ, ਸੈਂਟਰ ਵਾਲੀ ਨੂੰ, ਸੈਂਟਰ ਵਾਲੀ ਨੂੰ ਕੈਂਸਲ ਆਊਟ ਕਰ ਦਿਓ, ਠੀਕ ਆ ਜੀ। ਸੋ ਆਹ ਦੋ ਇਕੁਏਸ਼ਨਾਂ ਚੱਕ ਲਈਆਂ। ਦੋ ਇਕੁਏਸ਼ਨਾਂ ਤੋਂ ਆਪਾਂ ਸੋਲਵ ਕਰ ਲਿਆ। P1 ਦੀ ਵੈਲਿਊ ਤੁਹਾਡੇ ਕੋਲ ਆ ਜਾਣੀ ਹੈ 0.346 kg, ਕਰਕੇ ਦੇਖਿਓ, ਠੀਕ ਆ ਜੀ। 150 ਡਿਗਰੀ ਕਿੱਧਰ ਚਲ ਜਾਣਾ, ਉਧਰ ਮਲਟੀਪਲੀਕੇਸ਼ਨ ਵਿੱਚ ਚਲ ਜਾਣਾ, ਠੀਕ ਆ ਜੀ। ਜੋ ਮਲਟੀਪਲਾਈ ਕਰ ਦੇਣਾ ਹੈ ਸਾइन 120 ਤੇ ਸਾइन 150, ਇਹ ਤੁਸੀਂ ਕੈਲਕੂਲੇਟਰ ਤੋਂ ਕੈਲਕੂਲੇਟ ਕਰ ਲੈਣਾ ਹੈ। ਇਹਦੀ ਵੈਲਿਊ ਪੁੱਟ ਕਰ ਦੇਣੀ ਹੈ ਤਾਂ ਆਂਸਰ ਕੱਢ ਲੈਣਾ ਹੈ, ਠੀਕ ਹੈ ਜੀ। P1 ਦੀ ਆ ਜਾਣੀ। ਇਸੇ ਤਰੀਕੇ ਨਾਲ ਅਗਲੀ ਵਾਰੀ ਕੀ ਆ, P1 ਨੂੰ ਕੈਂਸਲ ਆਊਟ ਕਰ ਦੇਣਾ ਆ, P2 ਤੇ 0.6 ਇਹ ਦੋ ਟਰਮਾਂ ਚੱਕ ਲੈਣੀਆਂ ਆ, ਇਹਨੂੰ ਰਿਲੇਟ ਕਰ ਲੈਣਾ। ਜਦੋਂ ਇਹਨੂੰ ਰਿਲੇਟ ਕਰੋਗੇ ਤੁਹਾਨੂੰ P2 ਦੀ ਵੈਲਿਊ ਮਿਲ ਜਾਣੀ। ਇਸ ਤਰੀਕੇ ਨਾਲ ਆਪਾਂ ਦੋਨੋਂ ਫੋਰਸਿਸ ਟੈਂਸ਼ਨਾਂ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਹੈ ਜੀ। ਬਹੁਤ ਈਜ਼ੀ ਨਿਊਮੈਰੀਕਲ ਆ ਬੇਟਾ, ਇੱਕ ਵਾਰੀ ਤੁਸੀਂ ਆਪ ਇਹਨੂੰ ਦੇਖ ਲਿਓ, ਠੀਕ ਆ। ਇਹਦੇ ਬੇਸ ਤੇ ਨਿਊਮੈਰੀਕਲ ਜਿਹੜੇ ਹੈਗੇ ਬੁੱਕ ਦੇ ਵਿੱਚ ਸੋਲਵਡ ਨਿਊਮੈਰੀਕਲਸ, ਉਹਨਾਂ ਨੂੰ ਵੀ ਦੇਖਿਓ, ਠੀਕ ਆ, ਤੇ ਸੋਲਵ ਕਰਨ ਦੀ ਕੋਸ਼ਿਸ਼ ਕਰਿਓ। ਬਾਕੀ ਆਪਾਂ ਜੇ ਕੋਈ ਵੀ ਤੁਹਾਨੂੰ ਡਾਊਟ ਹੋਇਆ ਆਪਾਂ ਲੈਕਚਰ ਦੇ ਵਿੱਚ ਤੁਹਾਨੂੰ ਇੱਕ ਵਾਰੀ ਫੇਰ ਰਿਪੀਟ ਕਰ ਦਾਂਗਾ, ਠੀਕ ਆ। ਪਹਿਲਾਂ ਇਸ ਨੂੰ ਪਹਿਲਾਂ ਇੱਕ ਵਾਰੀ ਸੋਲਵ ਕਰਕੇ ਦੇਖੋ, ਬੇਸਿਕ ਨੂੰ ਸਮਝੋ, ਠੀਕ ਆ। ਬਾਕੀ ਜੇ ਕੋਈ ਕਿਊਰੀ ਹੋਈ ਤਾਂ ਆਪਾਂ ਉਹ ਲੈਕਚਰ ਦੇ ਵਿੱਚ ਸੋਲਵ ਕਰ ਲਾਂਗੇ, ਠੀਕ ਆ ਜੀ। ਓਕੇ ਜੀ, ਅੱਜ ਦੇ ਲਈ ਇੰਨਾ ਹੀ।